हाँ जी स्टूडेंट्स, स्वागत है ਤੁਹਾਡਾ ਫਿਜ਼ਿਕਸ ਦੀ ਕਲਾਸ 'ਚ। ਆਪਣਾ ਕੋਲ ਇੱਕ ਟੌਪਿਕ 7th ਯੂਨਿਟ ਦਾ ਲਾਸਟ ਹੈ। ਐਕਸਪਲੇਨ ਦਾ ਅਨੋਮਲਸ ਬਿਹੇਵੀਅਰ ਆਫ ਵਾਟਰ। what role is played by this behavior of water for the survival of aquatic life? ठीक है, ਅਨੋਮਲਸ ਬਿਹੇਵੀਅਰ ਕੀ ਹੈ? ਦੇਖੋ, ਜਿਹੜੇ ਸਾਰੇ ਮਟੀਰੀਅਲ ਹੈ, ਜਿਵੇਂ ਉਹਨਾਂ ਦਾ ਟੈਂਪਰੇਚਰ ਵੱਧਦਾ ਨਾ, ਟੈਂਪਰੇਚਰ ਦੇ ਵਧਣ ਨਾਲ ਦੇ ਐਕਸਪੈਂਡ। ਠੀਕ ਹੈ ਨਾ, ਕੋਈ ਵੀ ਚੀਜ਼ ਹੈ ਉਹ ਜਿਵੇਂ ਉਹਦਾ ਟੈਂਪਰੇਚਰ ਵੱਧਦਾ ਐਕਸਪੈਂਸ਼ਨ ਹੁੰਦੀ ਹੈ। ਪਰ ਵਾਟਰ ਜਿਹੜਾ ਐਸੀ ਮਟੀਰੀਅਲ ਹੈ ਜਿਹੜਾ 0 ਤੋਂ 4 ਡਿਗਰੀ ਦੇ ਵਿੱਚ ਅਨੋਮਲਸ ਜਾਂ ਅਨਯੂਜੂਅਲ ਬਿਹੇਵੀਅਰ ਦਿਖਾਉਂਦਾ ਹੈ। ਅਨਯੂਜੂਅਲ ਬਿਹੇਵੀਅਰ ਕੀ ਹੈ ਕਿ 0 ਤੋਂ 4 ਡਿਗਰੀ ਦੇ ਵਿੱਚ ਇਹ ਐਕਸਪੈਂਡ ਨਹੀਂ ਕਰਦਾ, ਇਹ ਕੰਟਰੈਕਟ ਕਰਦਾ ਹੈ। ਠੀਕ ਹੈ, ਇਹ ਸੁੰਗੜਦਾ ਹੈ। ਸੋ ਕੰਟਰੈਕਟ ਕਰੇਗਾ when it is heated from 0 to 4 ਡਿਗਰੀ। ਠੀਕ ਹੈ ਨਾ, ਸੋ ਜਦੋਂ 4 ਡਿਗਰੀ ਤੋਂ ਹਾਇਰ ਟੈਂਪਰੇਚਰ ਤੇ ਇਹਨੂੰ ਲਿਆ ਜਾਂਦਾ ਹੈ ਤਾਂ ਇਹ ਫਿਰ ਐਕਸਪੈਂਡ ਕਰਨਾ ਸ਼ੁਰੂ ਕਰ ਦਿੰਦਾ ਹੈ, ਫਿਰ ਇਹਦਾ ਨੋਰਮਲ ਬਿਹੇਵੀਅਰ ਹੋ ਜਾਂਦਾ ਹੈ। ਠੀਕ ਹੈ, ਸੋ ਆਹ ਦੇਖੋ ਗ੍ਰਾਫ ਹੈ, ਇੱਥੇ ਆਹ ਵੋਲਿਊਮ ਹੈ ਟੈਂਪਰੇਚਰ ਦੇ ਵਿੱਚ 0 ਤੋਂ 4 ਡਿਗਰੀ ਦੇ ਵਿੱਚ ਵੋਲਿਊਮ ਜਿਹੜੀ ਹੈ ਘਟਦੀ ਪਈ ਹੈ, ਮਤਲਬ ਇਹ ਕੰਟਰੈਕਟ ਕੀਤਾ। ਜਦੋਂ 4 ਤੋਂ ਅੱਗੇ ਆਪਾਂ ਨੂੰ ਗਰਮ ਕੀਤਾ ਤਾਂ ਇਹਦੀ ਜਿਹੜੀ ਵੋਲਿਊਮ ਜਿਹੜੀ ਹੈ ਫਿਰ ਵਧਣਾ ਸ਼ੁਰੂ ਹੋ ਗਈ। ਠੀਕ ਹੈ, ਸੋ ਇਹ 0 ਤੋਂ 4 ਡਿਗਰੀ ਸੀ। ਠੀਕ ਹੈ ਨਾ, ਸੈਂਟੀਗ੍ਰੇਡ ਦਾ ਟੈਂਪਰੇਚਰ ਹੈ। ਸੋ ਇੱਥੇ ਡੈਂਸਿਟੀ ਇਨ kg ਪਰ ਮੀਟਰ ਕਿਊਬ ਵਰਸਸ ਟੈਂਪਰੇਚਰ ਗ੍ਰਾਫ ਹੈ। ਸੋ ਇੱਥੇ ਦੇਖੋ, ਜਦੋਂ 4 ਡਿਗਰੀ ਤੇ ਇਹਦੀ ਡੈਂਸਿਟੀ ਮੈਕਸਿਮਮ ਹੋ ਜਾਂਦੀ ਕਿਉਂਕਿ ਵੋਲਿਊਮ ਜਿਹੜੀ ਘਟ ਗਈ। ਠੀਕ ਹੈ, ਸੋ ਡੈਂਸਿਟੀ ਜਿਹੜੀ ਹੈ ਇਹ ਮੈਕਸਿਮਮ ਹੋ ਗਈ ਇੱਥੇ। ਸੋ ਇਹ 10⁻³ ਆਪਾਂ ਪਿਓਰ ਵਾਟਰ ਦੀ ਡੈਂਸਿਟੀ ਹੁੰਦੀ ਹੈ 4 ਡਿਗਰੀ ਸੀ। ਠੀਕ ਹੈ, ਸੋ ਮੈਕਸਿਮਮ ਡੈਂਸਿਟੀ ਹੋ ਗਈ ਤੇ ਅੱਗੇ ਪਿੱਛੇ ਜਿਹੜਾ ਟੈਂਪਰੇਚਰ ਉੱਥੇ ਡੈਂਸਿਟੀ ਇਹਦੀ ਘਟਦੀ ਪਈ ਹੈ। ਸੋ ਇਹ ਜਿਹੜੀ ਪ੍ਰੋਪਰਟੀ ਹੈ, ਇਹਦੀ ਖਾਸੀਅਤ ਹੈ ਜਿਹੜੀ ਵਾਟਰ ਦੀ ਕੁਦਰਤੀ ਤੌਰ 'ਤੇ, ਇਹ ਐਕੁਐਟਿਕ ਲਾਈਫ ਲਈ ਬੜੀ ਵਧੀਆ ਹੈ। ਠੀਕ ਹੈ ਨਾ, ਜਦੋਂ ਵਿੰਟਰਸ ਹੁੰਦੇ ਨੇ, ਸਰਦੀਆਂ ਦੇ ਵਿੱਚ ਕੀ ਹੁੰਦਾ ਹੈ, ਜਿਹੜੇ ਸਮੁੰਦਰੀ ਜਿਹੜੇ ਲੇਕਸ ਜਾਂ ਪੌਂਡਸ ਦੇ ਵਿੱਚ ਜੀਵ ਜੰਤੂ ਰਹਿੰਦੇ ਆ, ਸਮੁੰਦਰ ਦੇ ਵਿੱਚ ਤਾਂ ਇਸ ਟੈਂਪਰੇਚਰ 'ਤੇ ਪਹੁੰਚਦਾ ਹੀ ਨਹੀਂ ਟੈਂਪਰੇਚਰ। ਠੀਕ ਹੈ, ਜਦੋਂ ਵਿੰਟਰ ਅੱਜ ਕੱਲ੍ਹ ਜਿਵੇਂ ਟੈਂਪਰੇਚਰ ਹੈ, ਲੇਕਸ ਜਾਂ ਪੌਂਡਸ ਦੇ ਵਿੱਚ ਕੀ ਹੁੰਦਾ ਹੈ, ਜਦੋਂ ਪਾਣੀ ਠੰਡਾ ਹੁੰਦਾ ਨਾ, ਤੇ ਸੋ ਡਿਊਰਿੰਗ ਵਿੰਟਰ ਐਜ਼ ਦਾ ਵਾਟਰ ਕੂਲ ਬਿਲੋ 4 ਡਿਗਰੀ, ਠੀਕ ਹੈ ਨਾ, ਇਟਸ ਵੋਲਿਊਮ ਇੰਕਰੀਜ਼ਸ। ਸੋ ਵੋਲਿਊਮ ਇੰਕਰੀਜ਼ ਹੁੰਦੀ ਤੇ ਡੈਂਸਿਟੀ ਉਹਦੀ ਡਿਕਰੀਜ਼ ਹੁੰਦੀ ਹੈ। ਠੀਕ ਹੈ ਨਾ, ਵੋਲਿਊਮ ਇੰਕਰੀਜ਼ ਕਰ ਗਈ ਤੇ ਡੈਂਸਿਟੀ ਡਿਕਰੀਜ਼ ਕਰ ਗਈ। ਸੋ ਕੋਲਡ ਵਾਟਰ ਵਿਚ ਇਜ਼ ਲੈਸ ਡੈਂਸ ਮੂਵਸ ਟੂ ਦਾ ਸਰਫੇਸ। ਠੀਕ ਹੈ, ਕਿਉਂਕਿ ਜਿਹੜੇ ਵਾਟਰ ਦੀ ਡੈਂਸਿਟੀ ਘੱਟ ਹੈ ਉਹ ਸਰਫੇਸ 'ਤੇ ਆ ਜਾਂਦਾ ਹੈ ਤੇ ਜਿਹੜਾ ਡੈਂਸਰ ਹੈ ਉਹ ਥੱਲੇ ਚਲਾ ਜਾਂਦਾ ਹੈ। ਠੀਕ ਹੈ, ਸੋ ਕੋਲਡ ਵਾਟਰ ਵਿਚ ਇਜ਼ ਲੈਸ ਡੈਂਸ ਮੂਵਸ ਟੂ ਦਾ ਸਰਫੇਸ ਤੇ ਉਹ ਫਰੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਮਤਲਬ 4 ਡਿਗਰੀ ਸੀ ਦੇ ਰੇਂਜ ਵਾਲਾ ਉਹ ਡੈਂਸਿਟੀ ਉਹਦੀ ਜ਼ਿਆਦਾ, ਉਹ ਥੱਲੇ ਚਲਾ ਜਾਂਦਾ ਹੈ। ਤੇ ਜਿਹੜਾ ਘੱਟ ਟੈਂਪਰੇਚਰ ਵਾਲਾ, ਠੀਕ ਹੈ ਨਾ, ਕਿਉਂਕਿ ਠੰਡਾ ਹੋ ਰਿਹਾ ਤਾਂ ਉਹ ਉੱਪਰ ਆ ਜਾਂਦਾ ਹੈ। ਸੋ ਉੱਪਰਲੀ ਲੇਅਰ ਜੰਮ ਜਾਂਦੀ ਹੌਲੀ ਹੌਲੀ ਤੇ ਥੱਲੇ ਜਿਹੜਾ ਉਹ ਜੰਮਦਾ ਨਹੀਂ ਉਹ। ਠੀਕ ਹੈ ਨਾ, ਸੋ ਅੱਪਰ ਲੇਅਰ ਜਿਹੜੀ ਟੌਪ ਲੇਅਰ ਆਫ ਵਾਟਰ ਜਿਹੜੀ ਹੈ ਉਹ ਫਰੀਜ਼ ਹੋ ਜਾਂਦੀ ਹੈ ਤੇ ਥੱਲੇ ਵਾਲੀ ਲੇਅਰ ਜੰਮਦੀਆਂ ਨਹੀਂ ਤੇ ਉੱਥੇ ਜਿਹੜਾ ਐਕੁਐਟਿਕ ਲਾਈਫ ਜਿਹੜੀ ਚੱਲਦੀ ਰਹਿੰਦੀ ਹੈ। ਠੀਕ ਹੈ ਨਾ, ਸੋ ਦਾ ਕੋਲਡ ਵਾਟਰ ਵਿਚ ਇਜ਼ ਲੈਸ ਡੈਂਸ ਮੂਵਸ ਟੂ ਦਾ ਸਰਫੇਸ ਐਂਡ ਮੋਰ ਡੈਂਸ ਵਾਟਰ ਐਟ 4 ਡਿਗਰੀ ਸੀ sinks। ਠੀਕ ਹੈ ਨਾ, ਥੱਲੇ ਚਲਾ ਜਾਂਦਾ। ਦਾ ਸਰਫੇਸ ਵਾਟਰ ਫਰੀਜ਼ਸ ਫਸਟ as it reaches 0 degree C first. So the water below the ice remains in the liquid state and hence fish and plants survive even during the severe winter. ठीक है, so बहुत ज़्यादा सर्दी ਵਿੱਚ ਵੀ ਥੱਲੇ ਵਾਲਾ ਜਿਹੜਾ ਵਾਟਰ ਹੈ ਉਹ ਫਰੀਜ਼ ਨਹੀਂ ਹੁੰਦਾ ਤੇ ਐਕੁਐਟਿਕ ਲਾਈਫ ਜਿਹੜੀ ਐਕੁਐਟਿਕ ਲਾਈਫ ਕੀ ਹੈ, ਫਿਸ਼ ਐਂਡ ਪਲਾਂਟਸ, ਠੀਕ ਹੈ, ਇਹ ਸਰਵਾਈਵ ਕਰ ਜਾਂਦੇ ਨੇ ਬਹੁਤ ਜ਼ਿਆਦਾ ਠੰਡ ਦੇ ਵਿੱਚ ਵੀ। ਹਾਂਜੀ, ਦੇਖੋ ਨੈਕਸਟ ਆਪਣਾ ਯੂਨਿਟ 8 ਥਰਮੋਡਾਇਨਾਮਿਕਸ। ਸੋ ਥਰਮੋਡਾਇਨਾਮਿਕ ਸਿਸਟਮ ਬਾਰੇ ਆਪਾਂ ਗੱਲ ਕਰਾਂਗੇ ਪਹਿਲਾਂ। A system having large number of atoms or molecules and having certain value of pressure, temperature and volume. Pressure, temperature and volume is called thermodynamic system. ਠੀਕ ਹੈ, ਸੋ ਕੋਈ ਸਿਸਟਮ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਬਰਤਨ ਦੇ ਵਿੱਚ ਆਪਾਂ ਪਾਣੀ ਉਬਾਲ ਰਹੇ ਹਾਂ, ਠੀਕ ਹੈ, ਉਹ ਵੀ ਇੱਕ ਥਰਮੋਡਾਇਨਾਮਿਕ ਸਿਸਟਮ ਹੈ। ਠੀਕ ਹੈ, ਉਹਦਾ ਇੱਕ ਪਰਟੀਕੂਲਰ ਪ੍ਰੈਸ਼ਰ ਹੈ, ਟੈਂਪਰੇਚਰ ਹੈ, ਵੋਲਿਊਮ ਹੈ। ਠੀਕ ਹੈ, ਸੋ ਉਹ ਉਹਦੇ 'ਚ ਸਰਟਨ ਨੰਬਰ ਆਫ ਐਟਮਸ ਜਾਂ ਮੋਲੀਕਿਊਲਸ ਨੇ। ਠੀਕ ਹੈ, ਉਹਦੇ 'ਚ ਵਾਟਰ ਮੋਲੀਕਿਊਲਸ ਨੇ। ਸੋ ਐਸੇ ਸਿਸਟਮ ਨੂੰ ਥਰਮੋਡਾਇਨਾਮਿਕ ਸਿਸਟਮ ਕਹਿ ਦਿੰਦੇ ਨੇ। ਠੀਕ ਹੈ, ਸੋ 3 ਤਰ੍ਹਾਂ ਦੇ ਥਰਮੋਡਾਇਨਾਮਿਕ ਸਿਸਟਮਸ ਨੇ। ਦੇਖੋ, ਇੱਕ ਤਾਂ ਜਿਵੇਂ ਆਪਾਂ ਖੁੱਲ੍ਹਾ ਬਰਤਨ ਦੇ ਵਿੱਚ ਪਾਣੀ ਉਬਾਲ ਰਹੇ ਹਾਂ ਤਾਂ ਉਹਨੂੰ ਕਹਿੰਦੇ ਨੇ ਓਪਨ ਸਿਸਟਮ, ਜਿਹਦੇ 'ਚ ਕੀ ਹੈ, ਮੈਟਰ ਵੀ ਐਕਸਚੇਂਜ ਹੋ ਰਿਹਾ, ਜਿਵੇਂ ਭਾਫ ਬਣ ਕੇ ਉੱਡ ਰਿਹਾ। ਠੀਕ ਹੈ ਨਾ, ਹੀਟ ਵੀ ਐਕਸਚੇਂਜ ਹੋ ਰਹੀ ਹੈ।
ठीक है ना, उसकी गर्मी भी बाहर जी निकल रही है, तो दोनों चीज़ें एक्सचेंज हो रही हैं। सिस्टम इज सेड टू बी ओपन सिस्टम इफ इट कैन एक्सचेंज बोथ एनर्जी एंड मैटर विद इट सराउंडिंग्स। एनर्जी होगी भी ਉਹਦਾ ਟੈਂਪਰੇਚਰ ਜਿਹੜਾ ਉਹ ਬਾਹਰ ਨਿਕਲ ਸਰਾउंडिंग्स ਦੇ ਨਾਲ ਐਕਸਚੇਂਜ ਹੋ ਰਿਹਾ, ਹੀਟ ਐਕਸਚੇਂਜ ਹੋ ਰਹੀ ਹੈ, ਠੀਕ ਹੈ। ਤੇ ਮੈਟਰ ਮਤਲਬ ਉਹ ਭਾਪ ਬਣ ਕੇ ਵੀ ਉੱਡ ਰਿਹਾ, ਜਿਵੇਂ ਪਾਣੀ ਆਪਾਂ ਉਬਾਲ ਰਹੇ ਹਾਂ। ਸੋ ਦੋਨੋਂ ਚੀਜ਼ਾਂ ਜਿਹੜੀਆਂ ਨੇ ਐਕਸਚੇਂਜ ਹੋ ਰਹੀਆਂ ਨੇ, એનર્ਜੀ ਵੀ, ਠੀਕ ਹੈ ਨਾ, ਉਹਦੀ ਸਰਾउंडिंग्स ਨੂੰ ਗਰਮ ਕਰ ਰਹੀ ਹੈ, ਠੀਕ ਹੈ, ਮੈਟਰ ਵੀ ਐਕਸਚੇਂਜ ਹੋ ਰਹੀ ਹੈ। ਤਾਂ ਐਸੇ ਸਿਸਟਮ ਨੂੰ ਓਪਨ ਸਿਸਟਮ ਆਪਾਂ ਕਹਿ ਦਾਂਗੇ, ਠੀਕ ਹੈ। ਕਲੋਜ਼ ਸਿਸਟਮ ਕੀ ਹੁੰਦਾ ਕਿ ਜਿਵੇਂ ਆਪਾਂ ਪ੍ਰੈਸ਼ਰ ਕੁੱਕਰ ਦੀ ਗੱਲ ਕਰ ਸਕਦੇ ਹਾਂ, ਵੀ ਉਹਦੀ ਸੀਟੀ ਆਪਾਂ ਬੰਦ ਕਰਕੇ ਰੱਖੀਏ, ਤਾਂ ਉਹਦੇ ਵਿੱਚ ਆਪਾਂ ਉਹਨੂੰ ਹੀਟ ਕਰ ਰਹੇ ਹਾਂ, ਅਤੇ ਉਹਦਾ ਕੁੱਕਰ ਤੋਂ ਹੀਟ ਜਿਹੜੀ ਬਾਹਰ ਆ ਰਹੀ ਹੈ, ਪਰ ਮੈਟਰ ਐਕਸਚੇਂਜ ਨਹੀਂ ਹੋ ਰਿਹਾ, ਠੀਕ ਹੈ ਨਾ। ਸੋ ਸਿਸਟਮ ਇਜ਼ ਸੈਡ ਟੂ ਬੀ ਕਲੋਜ਼ ਸਿਸਟਮ ਇਫ ਇਟ ਕੈਨ ਐਕਸਚੇਂਜ ਓਨਲੀ એનર્ਜੀ, ਠੀਕ ਹੈ ਨਾ। એનર્ਜੀ ਐਕਸਚੇਂਜ ਕਰ ਰਿਹਾ, ਵੀ ਬਾਹਰ ਵਾਤਾਵਰਨ ਨੂੰ ਗਰਮ ਕਰ ਰਿਹਾ, ਪਰ ਉਹਦਾ ਮੈਟਰ ਜਿਹੜੀ ਬਾਹਰ ਨਹੀਂ ਆ ਰਹੀ, ਠੀਕ ਹੈ ਨਾ, ਨੋਟ ਮੈਟਰ ਵਿਦ ਇਟ ਸਰਾउंडिंग्स, ਠੀਕ ਹੈ। ਸੋ ਐਸੇ ਸਿਸਟਮ ਨੂੰ ਕਲੋਜ਼ ਸਿਸਟਮ ਆਪਾਂ ਕਹਿ ਸਕਦੇ ਹਾਂ। ਜਿਵੇਂ ਆਪਾਂ ਕਹਿ ਲਈਏ ਕਿ ਕੋਰਕ ਲਗਾ ਦਈਏ ਆਪਾਂ ਕਿਸੇ ਬਰਤਨ ਦੇ ਉੱਤੇ, ਅਤੇ ਉਹਨੂੰ ਆਪਾਂ ਉਹਦੀਆਂ ਦੀਵਾਰ ਜਿਹੜੀਆਂ ਨੇ ਕੰਡਕਟਿੰਗ ਹੋਣ, ਠੀਕ ਹੈ, ਅਤੇ ਉਹਨੂੰ ਆਪਾਂ ਅੱਗ ਦੇ ਉੱਤੇ ਰੱਖ ਦਈਏ, ਤਾਂ ਉਹਦੇ 'ਚ ਕੀ ਹੈ, ਉਹ ਉੱਧਰੋਂ ਗਰਮ ਹੋਏਗਾ ਅਤੇ ਉਹਦੀ ਗਰਮੀ ਬਾਹਰ ਵੀ ਨਿਕਲੇਗੀ, ਪਰ ਮੈਟਰ ਜਿਹੜਾ ਉਹਦਾ ਐਕਸਚੇਂਜ ਨਹੀਂ ਹੋਏਗਾ ਸਰਾउंडिंग्स ਦੇ ਨਾਲ। ਥਰਡ ਟਾਈਪ ਆਫ ਸਿਸਟਮ ਹੈ ਆਈਸੋਲੇਟਿਡ ਸਿਸਟਮ। ਆਈਸੋਲੇਟਿਡ ਸਿਸਟਮ ਹੁੰਦਾ ਐਸਾ ਸਿਸਟਮ ਜਿਹਦੀਆਂ ਵਾਲਸ ਵੀ ਕੰਡਕਟਿੰਗ ਨਾ ਹੋਣ, ਠੀਕ ਹੈ। ਜਿਵੇਂ ਆਪਾਂ ਇੱਕ ਥਰਮਸ ਦੀ ਗੱਲ ਕਰ ਸਕਦੇ ਹਾਂ ਕਿ ਥਰਮਸ ਦੇ ਵਿੱਚ ਆਪਾਂ ਗਰਮ ਪਾਣੀ ਪਾ ਕੇ ਰੱਖ ਦਈਏ, ਅਤੇ ਥਰਮਸ ਕਾਫੀ ਅੱਛੀ ਹੋਵੇ, ਤਾਂ ਆਪਾਂ ਨੂੰ ਬਾਹਰ ਉਹਦੀ ਵਾਂਤ ਮਹਿਸੂਸ ਨਹੀਂ ਹੁੰਦੀ, ਗਰਮੀ ਮਹਿਸੂਸ ਨਹੀਂ ਹੁੰਦੀ, ਮਤਲਬ ਉਹਦੇ 'ਚ ਨਾ ਤਾਂ ਮੈਟਰ ਐਕਸਚੇਂਜ ਹੋ ਰਿਹਾ, ਠੀਕ ਹੈ ਨਾ। ਉਹਨੂੰ ਚੰਗੀ ਤਰ੍ਹਾਂ ਆਪਾਂ ਬੰਦ ਕਰਕੇ ਰੱਖੀਏ, ਨਾ ਮੈਟਰ ਐਕਸਚੇਂਜ ਹੋ ਰਿਹਾ, ਨਾ ਹੀ ਹੀਟ ਐਕਸਚੇਂਜ ਹੋ ਰਹੀ ਹੈ, ਠੀਕ ਹੈ ਨਾ। ਸੋ ਸਿਸਟਮ ਇਜ਼ ਸੈਡ ਟੂ ਬੀ ਆਈਸੋਲੇਟਿਡ ਇਫ ਇਟ ਕੈਨ ਨੀਦਰ ਐਕਸਚੇਂਜ એનર્ਜੀ ਨੋਰ ਮੈਟਰ ਵਿਦ ਇਟ ਸਰਾउंडिंग्स, ਠੀਕ ਹੈ। ਸੋ ਦੋਨੋਂ ਚੀਜ਼ਾਂ ਹੀ ਇਹਦੀਆਂ ਜਿਹੜੀਆਂ ਐਕਸਚੇਂਜ ਨਾ ਹੋਣ, ਐਸੇ ਸਿਸਟਮ ਨੂੰ ਆਪਾਂ ਕੀ ਕਹਿੰਦੇ ਹਾਂ, ਆਈਸੋਲੇਟਿਡ ਸਿਸਟਮ, ਠੀਕ ਹੈ। ਇਹ ਕੁਛ ਡੈਫੀਨੇਸ਼ਨ ਨੇ ਸਾਰੀਆਂ ਜਿਹੜੀਆਂ ਆਪਾਂ ਕਰ ਰਹੇ ਹਾਂ। ਥਰਮੋਡਾਇਨਮਿਕ ਇਕੁਇਲਿਬਰੀਅਮ ਕੀ ਹੁੰਦਾ, ਦੇਖੋ ਥਰਮੋਡਾਇਨਮਿਕ ਇਕੁਇਲਿਬਰੀਅਮ ਹੁੰਦਾ ਹੈ a thermodynamic system is said to be in thermodynamic equilibrium if its variables ਕੀ ਹੁੰਦੇ ਨੇ, ਜਿਹੜੇ ਟੈਂਪਰੇਚਰ, ਪ੍ਰੈਸ਼ਰ, ਠੀਕ ਹੈ, ਵੋਲਿਊਮ, ਇਹ ਸਾਰੇ ਵੇਰੀਏਬਲਸ ਨੇ, ਨੰਬਰ ਆਫ ਪਾਰਟੀਕਲਸ ਐਟਸਟਰਾ ਡੂ ਨਾਟ ਚੇਂਜ ਵਿਦ ਟਾਈਮ, ਠੀਕ ਹੈ ਨਾ। ਇਹ ਸਮੇਂ ਦੇ ਨਾਲ ਬਦਲਣ ਨਾ, ਤਾਂ ਉਹਨੂੰ ਕਹਿੰਦੇ ਨੇ ਥਰਮੋਡਾਇਨਮਿਕ ਇਕੁਇਲਿਬਰੀਅਮ ਵਿੱਚ ਪਿਆ ਸਿਸਟਮ, ਠੀਕ ਹੈ ਨਾ। ਜੇ ਸਿਸਟਮ ਦਾ ਪ੍ਰੈਸ਼ਰ, ਟੈਂਪਰੇਚਰ, ਉਹਦੇ ਨੰਬਰ ਆਫ ਪਾਰਟੀਕਲਸ, ਵੋਲਿਊਮ ਐਟਸੈਟਰਾ ਚੇਂਜ ਨਾ ਹੋਣ, ਠੀਕ ਹੈ, ਤਾਂ ਉਹਨੂੰ ਥਰਮੋਡਾਇਨਮਿਕ ਇਕੁਇਲਿਬਰੀਅਮ ਵਿੱਚ ਕਿਹਾ ਜਾਂਦਾ। ਨੈਕਸਟ ਡੈਫੀਨੇਸ਼ਨ ਥਰਮਲ ਇਕੁਇਲਿਬਰੀਅਮ। ਇੱਕ ਥਰਮੋਡਾਇਨਮਿਕ ਹੈ, ਇੱਕ ਥਰਮਲ ਹੈ। ਥਰਮਲ ਟੈਂਪਰੇਚਰ ਦੇ ਨਾਲ ਰਿਲੇਟਡ ਹੁੰਦਾ, ਮਤਲਬ ਦੋ ਸਿਸਟਮ ਹੋਣ ਜਿਹੜੇ ਕੰਟੈਕਟ ਵਿੱਚ ਹੋਣ, ਤਾਂ ਉਹ ਸੇਮ ਟੈਂਪਰੇਚਰ 'ਤੇ ਹੋਣ, ਤਾਂ ਉਹਨਾਂ ਨੂੰ ਕਹਾਂਗੇ ਥਰਮਲ ਇਕੁਇਲਿਬਰੀਅਮ। ਜਿਵੇਂ ਆਪਾਂ ਕਹੀਏ ਇੱਕ ਸਿਸਟਮ ਗਰਮ ਹੈ, ਇੱਕ ਠੰਡਾ ਹੈ, ਅਤੇ ਹੀਟ ਐਕਸਚੇਂਜ ਹੋਏਗੀ, ਥੋੜ੍ਹੀ ਦੇਰ ਬਾਅਦ ਕੀ ਹੋਏਗਾ, ਉਹਨਾਂ ਦਾ ਟੈਂਪਰੇਚਰ ਉਹਨਾਂ ਦਾ ਬਰਾਬਰ ਹੋ ਜਾਏਗਾ, ਠੀਕ ਹੈ। ਸੋ ਟੂ ਸਿਸਟਮ ਇਨ ਕੰਟੈਕਟ ਆਰ ਸੈਡ ਟੂ ਬੀ ਇਨ ਥਰਮਲ ਇਕੁਇਲਿਬਰੀਅਮ ਇਫ ਬੋਥ ਆਰ ਐਟ ਸੇਮ ਟੈਂਪਰੇਚਰ, ਠੀਕ ਹੈ। ਸੋ ਦੋਨਾਂ ਦਾ ਟੈਂਪਰੇਚਰ ਸੇਮ ਹੋ ਗਿਆ, ਤਾਂ ਉਹਨੂੰ ਥਰਮਲ ਇਕੁਇਲਿਬਰੀਅਮ ਕਹਿ ਦਾਂਗੇ, ਓਕੇ। देखो नेक्स्ट क्वेश्चन है स्टेट एंड एक्सप्लेन zeroth law of thermodynamics। सो इत्थे देखो डायग्राम दे विच अपने कोल तीन सिस्टम्स ने, सिस्टम ए, सिस्टम बी एंड सिस्टम सी। सिस्टम ए ते बी दे विच एडियाबैटिक वाल है, एडियाबैटिक वाल होगी जिहदे च जिहड़ा एनर्जी ट्रांसफर नहीं हुंदी एक तो दूसरे विच, ते आ जिहड़ी है ये कंडक्टिंग वाल है जिहड़ी सिस्टम सी ते ए ते सिस्टम सी ते बी दे विच है। ਹੁਣ ਦੇਖੋ ਕੀ ਹੈ ਕਿ ਸਿਸਟਮ ਏ ਅਤੇ ਸੀ ਦੇ ਆਰ ਸੈਪਰੇਟਡ ਬਾਈ ਕੰਡਕਟਿੰਗ ਵਾਲ, ਸੋ ਦੇ ਕੈਨ ਐਕਸਚੇਂਜ ਦੇਅਰ ਹੀਟ ਬਿਟਵੀਨ ਈਚ ਅਦਰ, ਠੀਕ ਹੈ। ਸੋ ਹੀਟ ਕੈਨ ਬੀ ਐਕਸਚੇਂਜਡ, ਸੋ ਦੇਅਰਫੋਰ ਦੇ ਵਿਲ ਕਮ ਇਨ ਥਰਮਲ ਇਕੁਇਲਿਬਰੀਅਮ ਵਿਦ ਈਚ ਅਦਰ, ਠੀਕ ਹੈ ਨਾ। ਸੋ ਥਰਮਲ ਇਕੁਇਲਿਬਰੀਅਮ ਹੋ ਜਾਏਗਾ, ਏ ਅਤੇ ਸੀ ਜਿਹੜੇ ਹੈ ਦੇ ਵਿਲ ਬੀ ਐਟ ਸੇਮ ਟੈਂਪਰੇਚਰ ਆਫਟਰ ਸਮ ਟਾਈਮ, ਠੀਕ ਹੈ। ਸੋ ਥਰਮਲ ਇਕੁਇਲਿਬਰੀਅਮ ਬਿਟਵੀਨ ਏ ਐਂਡ ਸੀ ਆ ਜਾਏਗਾ। ਇਸੇ ਤਰ੍ਹਾਂ ਬੀ ਤੇ ਸੀ ਵੀ ਥਰਮਲ ਇਕੁਇਲਿਬਰੀਅਮ ਵਿੱਚ ਆ ਜਾਣਗੇ, ਠੀਕ ਹੈ। ਸੋ ਏ ਤੇ ਸੀ ਥਰਮਲ ਇਕੁਇਲਿਬਰੀਅਮ ਵਿੱਚ ਆ ਜਾਣਗੇ ਕਿਉਂਕਿ ਕੰਡਕਟਿੰਗ ਵਾਲ ਹੈ, ਬੀ ਤੇ ਸੀ ਵੀ ਥਰਮਲ ਇਕੁਇਲਿਬਰੀਅਮ ਵਿੱਚ ਆ ਜਾਣਗੇ ਬਿਕੋਜ਼ ਦੇ ਆਰ ਸੈਪਰੇਟਡ ਬਾय ਕੰਡਕਟਿੰਗ ਵਾਲ ਐਂਡ ਦੇ ਵਿਲ ਅਲਟੀਮੇਟਲੀ ਕਮ ਟੂ ਅ ਥਰਮਲ ਇਕੁਇਲਿਬਰੀਅਮ, देयर ਟੈਂਪਰੇਚਰ ਵਿਲ ਬਿਕਮ ਸੇਮ, ਠੀਕ ਹੈ। ਸੋ ਇਸ ਤਰ੍ਹਾਂ ਕੀ ਹੋਏਗਾ, ਜਦੋਂ ਆ ਐਡੀਆਬੈਟਿਕ ਵਾਲ ਨੂੰ ਰਿਮੂਵ ਕੀਤਾ ਜਾਏਗਾ ਏ ਤੇ ਬੀ ਦੇ ਵਿੱਚੋਂ, ਤਾਂ ਨੋ ਹੀਟ ਵਿਲ ਐਕਸਚੇਂਜ ਬਿਟਵੀਨ ਏ ਐਂਡ ਬੀ ਬਿਕੋਜ਼ ਬੋਥ ਆਰ ਆਲਸੋ ਐਟ ਸੇਮ ਟੈਂਪਰੇਚਰ, ਠੀਕ ਹੈ। ਸੋ ਇੱਥੋਂ ਆਪਾਂ zeroth law ਦੀ ਸਟੇਟਮੈਂਟ ਕਰਾਂਗੇ ਕਿ ਇਫ ਟੂ ਸਿਸਟਮਸ ਆਰ ਇਨ thermal equilibrium with a third system separately, then they are also in thermal equilibrium with each other,
ठीक है। So two system A and B which are separately in thermal equilibrium with a third system C are also in thermal equilibrium with each other. So this is the statement of zeroth law of thermodynamics, ठीक है। So zeroth law of thermodynamics की statement है कि दो सिस्टम जे ओ थर्मल इक्विलिब्रियम च हैगे ने एक थर्ड सिस्टम के नाल तां वो आपस में भी थर्मल इक्विलिब्रियम विच होणगे। ओके, हाँ जी। अपना नेक्स्ट क्वेश्चन है स्टेट एंड एक्सप्लेन फर्स्ट लॉ ऑफ थर्मोडायनेमिक्स, ठीक है। फर्स्ट लॉ ऑफ थर्मोडायनेमिक्स बारे आप गल करांगे। कोई सिस्टम है जिहड़ा डेल्टा क्यू अमाउंट ऑफ हीट एनर्जी एब्जॉर्ब करता है सराउंडिंग्स तो एनर्जी फ्रॉम द एक्सटर्नल सोर्स। देखो डेल्टा डब्ल्यू बी द अमाउंट ऑफ वर्क डन बाय द सिस्टम ते डेल्टा यू है इंक्रीज इन द एनर्जी, ठीक है। सो अकॉर्डिंग टू द लॉ ऑफ कंजर्वेशन एनर्जी की होएगा जेड़ा डेल्टा क्या वो हीट इन्हें लिती ना वो डेल्टा यू जी इनकी एनर्जी वधी तो डेल्टा डब्ल्यू जो इन्हें वर्क किया उनके कन्वर्ट हो जाएगी। सो ये मैथमैटिकल फॉर्म हैगी है फर्स्ट लॉ ऑफ थर्मोडायनेमिक्स की। सो फर्स्ट लॉ ऑफ थर्मोडायनेमिक्स की स्टेटमेंट की होगी द एनर्जी एंटरिंग द सिस्टम इन द फॉर्म ऑफ हीट मतलब ये इज इक्वल टू द सम ऑफ इंक्रीज इन द इंटरनल एनर्जी of the system and the energy leaving the system in the form of work done by the system a delta W on its surroundings, ठीक है ना। आला दुआला ते जेड़ा ने वर्क किया सो वर्क डन बाय द सिस्टम ऑन इट्स सराउंडिंग्स प्लस इंक्रीज इन द इंटरनल एनर्जी ऑफ द सिस्टम जेडी हीट एंटरिंग द सिस्टम, ठीक है। सो दिस इज फर्स्ट लॉ ऑफ थर्मोडायनेमिक्स। हुण देखो आप फर्स्ट नाल रिलेटेड डिफरेंट प्रोसैसेस की गल करांगे। आइसोथर्मल प्रोसैस की होंदा देखो इहदे च टैंपरेचर चेंज नहीं होंदा, ठीक है ना। सो फर्स्ट लॉ ऑफ थर्मोडायनेमिक्स कहता है डेल्टा क्यू इक्वल टू डेल्टा यू प्लस डेल्टा डब्ल्यू, ठीक है ना। सो आइसोथर्मल प्रोसैस च टैंपरेचर रिमेन्स कॉन्स्टेंट, ठीक है। सो जो टैंपरेचर कॉन्स्टेंट रहता तो इंटरनल एनर्जी चेंज नहीं होएगी तो डेल्टा यू जिहड़ा है वो जीरो रहेगा। इसका मतलब डेल्टा यू जीरो कर देंगे आपां तां डेल्टा क्यू इज इक्वल टू डेल्टा डब्ल्यू मतलब हीट एडेड टू द सिस्टम इज इक्वल टू वर्क डन बाय द सिस्टम, ठीक है। तो दूजे शब्दों आप ये भी कह सकते हैं हीट रिमूव्ड फ्रॉम द सिस्टम इज इक्वल टू वर्क डन ऑन द सिस्टम, ठीक है ना। हीट एडेड टू द सिस्टम इज इक्वल टू वर्क डन बाय द सिस्टम मतलब जिन्नी हीट आप ऐड करांगे उन्ना वर्क सिस्टम करेगा, ठीक है। आइसोथर्मल प्रोसैस दे विच या हीट रिमूव करांगे उन्ना वर्क सिस्टम ते करना पएगा, ठीक है। सो ये उल्टा होंदा है जिवें आपां रेफ्रिजरेटर च देखते हैं हीट रिमूव करते हैं, ठीक है। उस तरह का प्रोसैस होता है, ठीक है। सो ये आइसोथर्मल प्रोसैस दे विच आ दोनों बराबर होंदे आ ये जीरो होंदा है, ठीक है। सैकंड देखो कि ये एडियाबैटिक प्रोसैस। सो एडियाबैटिक प्रोसैस दे विच आपां देखिया कि हीट एक्सचेंज नहीं होंदी सिस्टम की सराउंडिंग्स दे नाल। सो कोई हीट एक्सचेंज नहीं होएगी मतलब डेल्टा क्यू जिहड़ा वो जीरो है। सो इतने जीरो पुट करांगे तो अपने को दिस प्लस दिस इक्वल टू जीरो आ गया। इसका मतलब डेल्टा यू इज इक्वल टू माइनस डेल्टा डब्ल्यू। इसका मतलब कि देखो ये सिस्टम एडियाबैटिक प्रोसैस के अंदर है, ठीक है। तो उदों जिन्ना वर्क वो करेगा उन्नी उनकी इंटरनल एनर्जी जी घट जाएगी, ठीक है। सो इफ वर्क डन by the system during an adiabatic process then the internal energy of the system decreases by an amount equal to the work done by it, ठीक है। जितना वर्क करेगा उन्नी इंटरनल एनर्जी उनकी घट जाएगी। नेक्स्ट है आइसोकोरिक प्रोसैस, ठीक है ना। आइसोकोरिक प्रोसैस में की होंदा देखो वॉल्यूम जिहड़ी है वो कॉन्स्टेंट रहिंदी है चेंज नहीं होंदी। सो डेल्टा वी जिहड़ा जीरो रहेगा। सो वर्क जो होंगे ना वर्क होंगे प्रैशर इंटू वॉल्यूम, ठीक है। सो वर्क इज इक्वल टू पी डेल्टा वी जीरो इसका मतलब डेल्टा डब्ल्यू भी जीरो वर्क डन जीरो हो गया। हैंस फर्स्ट लॉ की है डेल्टा क्यू इक्वल टू डेल्टा डब्ल्यू प्लस डेल्टा यू आ जीरो हो गया इसका मतलब आ तो आ बराबर हो गए, ठीक है ना। सो फर्स्ट लॉ रिड्यूस हो जाएगा ये डेल्टा क्यू इक्वल टू डेल्टा यू। इसका मतलब की है कि जी हीट किसी सिस्टम को दी जाती जो आइसोकोरिक है वो सारी की सारी हीट होती इंटरनल एनर्जी बढ़ाने के काम आती है, ठीक है। सो जे हीट एब्जॉर्ब की हीट बाहर कढ़ी जाती तो इंटरनल एनर्जी उन्नी घट जाती है। एवं भी आप देख सकते हैं। सो
in an isochronic process heat added to the system is equal to the increase in its internal energy। ठीक है, और दूसरे शब्दां च आपां की कह दांगे heat removed from the system is equal to decrease in its internal energy। ठीक है, हाँ जी। नेक्स्ट देखो सेकंड लॉ ऑफ थर्मोडायनेमिक्स है, ਇਹਦੇ ਚ ਦੇਖੋ ਕੀ ਹੈ। ਸੋ देयर इज नो प्रोसेस whose only result is to transfer of heat from a colder body to a hotter body। मतलब ਕੋਈ ਪ੍ਰੋਸੈਸ ਐਸਾ ਨਹੀਂ ਹੈ ਜੀ ਠੰਡੀ ਚੀਜ਼ ਤੋਂ ਗਰਮ ਚੀਜ਼ ਵੱਲ ਹੀਟ ਨੂੰ ਆਪਾਂ ਟ੍ਰਾਂਸਫਰ ਕਰ ਸਕੀਏ। ਠੀਕ ਹੈ, ਸੋ देयर इज नो प्रोसेस whose only result is to transfer of heat। ਸੋ ਕੱਲਾ ਰਿਜ਼ਲਟ ਇਹ ਹੋਇਆ ਵੀ ਹੀਟ ਆਪਣੇ ਆਪ ਟ੍ਰਾਂਸਫਰ ਹੋ ਜੇ फ्रॉम कोल्डर टू हॉटर बॉडी। ठीक है, इस तरह पॉसिबल नहीं है। ठीक है, सो दिस इज द स्टेटमेंट ऑफ सेकंड लॉ ऑफ थर्मोडायनेमिक्स। ओके।